वोटिंग जारी है। सब तो पहला मेयर दे लई वोटिंग जिहड़ी हैगी है उस दे विच बीजेपी दी मैंबर पार्लीमेंट किरण खेड़ ने जिहड़ा हैगा वो वोटा पाई और तस्वीरां जिहड़ियां ने ਇਹ ਉਹ ਵੋਟਿੰਗ ਕੰਪਾਰਟਮੈਂਟ ਹੈ ਜਿਸ ਦੇ ਅੰਦਰ ਜਾ ਕੇ ਤੈਅ ਹੋ ਰਿਹਾ ਹੈ ਕਿ ਮੇਅਰ ਦੇ ਲਈ ਕੌਣ ਕਿਸ ਨੂੰ ਵੋਟ ਪਾ ਰਿਹਾ ਹੈ। ਇੱਕ ਇੱਕ ਕਰਕੇ ਸਾਰੇ ਕਾਉਂਸਲਰ ਜਿਹੜੇ ਨੇ ਇੱਕ ਇੱਕ ਕਰਕੇ ਆਪਣਾ ਜਿਹੜਾ ਬੈਲਟ ਪੇਪਰ ਹੈ ਬਾਹਰੋਂ ਲੈਂਦੇ ਨੇ, ਬਾਹਰੋਂ ਬੈਲਟ ਪੇਪਰ ਲੈ ਕੇ ਉਸ ਨੂੰ ਅੰਦਰ ਲਿਜਾ ਕੇ ਮਾਰਕ ਕਰਦੇ ਨੇ, ਉਸ ਨੂੰ ਫਿਰ ਫੋਲਡ ਕਰਕੇ ਲੈ ਕੇ ਆਉਂਦੇ ਨੇ ਔਰ ਇਹ ਬਕਸਾ ਜਿਹੜਾ ਲੱਗਿਆ ਹੋਇਆ ਹੈ ਇਸ ਬਕਸੇ ਦੇ ਵਿੱਚ ਮੇਅਰ ਦੇ ਲਈ ਵੋਟ ਜਿਹੜਾ ਹੈਗਾ ਉਹ ਪਾਈਆਂ ਜਾ ਰਹੀਆਂ ਨੇ। ਜਦੋਂ ਇਸ ਬਕਸੇ ਦੇ ਵਿੱਚ ਸਾਰੀਆਂ ਵੋਟਾਂ ਪੈ ਜਾਣਗੀਆਂ ਫਿਰ ਇਹਨਾਂ ਦੀ ਗਿਣਤੀ ਜਿਹੜਾ ਹੈਗਾ ਹੋਏਗੀ। ਮੇਅਰ ਦੀ ਚੋਣ ਹੋਏਗੀ, ਸੀਨੀਅਰ ਡਿਪਟੀ ਮੇਅਰ ਦੀ ਔਰ ਡਿਪਟੀ ਮੇਅਰ ਦੀ ਚੋਣ ਜਿਹੜਾ ਹੈਗਾ ਅੱਜ ਹੋਣੀ ਹੈ। पर इस सब के विचाले जो सब तो अहम जी गल है वो ये है कि आम आदमी पार्टी और बीजेपी के विचाले जो फसवा मुकाबला है दोवां दे बराबर बराबर कैंडिडेट ने और उस दे विचाले जो है बीजेपी को एक वोट का लाहा जो मिलता है MP किरण खेड़ की वोट का 15 वोटां बीजेपी के कोल हो जांदियां ने। और उस तो बाद जिहड़ा हैगा कांग्रेस और श्रोमणी अकाली दल की गल करिए तो दोवां दे काउंसलर जिहड़े ने उन्होंने वोटिंग प्रक्रिया विच हिस्सा नहीं लिया है। श्रोमणी अकाली दल के काउंसलर्स ने भी बाइकाट किया और कांग्रेस ने भी पहले ही कह दिता सी कि वो वोटिंग दे विच हिस्सा नहीं लवेगी और इस करके मुकाबला ज्यादा रोचक हो गया। आम आदमी पार्टी के कोल 14 काउंसलर, बीजेपी के कोल 14 काउंसलर, बीजेपी को एक वोट MP का होर मिलता है तो बीजेपी कोल 15 हो जांदियां ने वोटां और 15 वोटां दे नाल बीजेपी जिहड़ी हैगी है सारे ओहदियां ते कब्जा जमा सकदी है। ये अपने आप विच जिहड़ा हैगा हुण वेखना होगा क्योंकि मेयर, सीनियर डिप्टी मेयर ते डिप्टी मेयर की चोण जिहड़ा हैगा होनी है। चंडीगढ़ नगर कॉरपोरेशन दे विच नगर कॉरपोरेशन के दफ्तर दे विच प्रक्रिया चल रही है जिथे पहला काफ़ी देर तक हंगामा हुंदा रहा। पहला काफ़ी देर तक हंगामा इस गल ते रहा कि आम आदमी पार्टी लगातार कहती रही कि ਜਿਹੜੇ ਨੋਮੀਨੇਟਿਡ ਮੈਂਬਰ ਨੇ ਬੀਜੇਪੀ ਦੇ ਉਹਨਾਂ ਨੂੰ ਜਿਹੜਾ ਹੈਗਾ ਅੰਦਰ ਬੈਠਣ ਦੀ ਇਜਾਜ਼ਤ ਨਾ ਦਿੱਤੀ ਜਾਵੇ, ਉਹਨਾਂ ਨੂੰ ਬਾਹਰ ਬਿਠਾਇਆ ਜਾਵੇ। ਕਾਫੀ ਦੇਰ ਤੱਕ ਇਸ ਗੱਲ ਤੇ ਬਹਿਸ ਹੋਈ, ਚਰਚਾ ਹੋਈ। ਫਿਰ ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਨੇ ਆਮ ਆਦਮੀ ਪਾਰਟੀ ਦੇ ਕਾਉਂਸਲਰਸ ਨੂੰ ਸਮਝਾਇਆ, ਰਿਟਨ ਰੂਲ ਜਿਹੜੇ ਹੈਗੇ ਉਹ ਦਿਖਾਏ ਔਰ ਉਹਨਾਂ ਨੇ ਇਹ ਦਿਖਾਇਆ ਕਿ ਇਹ ਲਿਖਿਆ ਹੋਇਆ ਹੈ ਕਿ ਨੋਮੀਨੇਟਿਡ ਮੈਂਬਰ ਅੰਦਰ ਬਹਿ ਸਕਦੇ ਨੇ। ਬੇਸ਼ੱਕ ਉਹਨਾਂ ਨੂੰ ਵੋਟ ਪਾਉਣ ਦਾ ਹੱਕ ਨਹੀਂ ਹੈਗਾ ਪਰ ਉਹ ਅੰਦਰ ਬਹਿ ਸਕਦੇ ਨੇ। ਸੋ ਇਸ ਸਭ ਦੇ ਵਿਚਾਲੇ ਲਗਾਤਾਰ ਜਿਹੜਾ ਹੈਗਾ ਹੁਣ ਇਹ ਚੱਕਰ ਹੈਗਾ ਕਿ ਕ੍ਰੋਸ ਵੋਟਿੰਗ ਤਾਂ ਨਹੀਂ ਹੋਏਗੀ। ਹੁਣ ਸਵਾਲ ਇਸ ਗੱਲ ਨੂੰ ਲੈ ਕੇ ਉੱਠ ਰਿਹਾ ਕਿ ਤੇ ਕ੍ਰੋਸ ਵੋਟਿੰਗ ਤਾਂ ਨਹੀਂ ਹੋਵੇਗੀ। ਇਹ ਖਦਸ਼ਾ ਜਿਹੜਾ ਹੈਗਾ ਕ੍ਰੋਸ ਵੋਟਿੰਗ ਕਿਉਂਕਿ ਜੇਕਰ ਹੁੰਦੀ ਹੈ ਤਾਂ ਫਿਰ ਕੁਝ ਵੀ ਹੋ ਸਕਦਾ ਹੈ। ਤਾਂ ਬੀਜੇਪੀ ਦੇ ਕਾਉਂਸਲਰ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਵੀ ਭੁਗਤ ਸਕਦੇ ਨੇ ਔਰ ਆਮ ਆਦਮੀ ਪਾਰਟੀ ਦੇ ਕਾਉਂਸਲਰ ਜਿਹੜੇ ਨੇ ਉਹ ਬੀਜੇਪੀ ਵਾਲੇ ਪਾਸੇ ਵੀ ਭੁਗਤ ਸਕਦੇ ਨੇ ਆਪਣਾ ਵੋਟ ਕਿਉਂਕਿ ਕਾਉਂਸਲਰ ਜਿਹੜੇ ਨੇ ਉਹਨਾਂ ਨੂੰ खुश ਕਰਨ ਦੇ ਲਈ ਜਾਂ ਉਹਨਾਂ ਨੂੰ ਇਹ ਕਹਿ ਲਿਆ ਜਾਵੇ ਕਿ ਆਪਣੇ ਨਾਲ ਜੋੜ ਕੇ ਰੱਖਣ ਦੇ ਲਈ ਬਕਾਇਦਾ ਉਹਨਾਂ ਨੂੰ ਘੁਮਾਇਆ ਗਿਆ ਹੈ, ਬਕਾਇਦਾ ਉਹਨਾਂ ਨੂੰ ਜਿਹੜਾ ਹੈਗਾ ਸੈਰ ਸਪਾਟਾ ਵੀ ਕਰਾਇਆ ਗਿਆ। ਅਜਿਹੀਆਂ ਵੀ ਖਬਰਾਂ ਸਾਹਮਣੇ ਆਈਆਂ ਔਰ ਮੇਰੇ ਸਹਿਯੋਗੀ ਮਨੋਜ ਰਾਠੀ ਲਗਾਤਾਰ ਉਸ ਥਾਂ ਤੇ ਮੌਜੂਦ ਨੇ ਜਿੱਥੇ ਸਾਰੀ ਪ੍ਰਕਿਰਿਆ ਚੱਲ ਰਹੀ ਹੈ। ਮਨੋਜ ਦੇ ਨਾਲ ਗੱਲ ਕਰਦੇ ਹਾਂ। ਮਨੋਜ, ਵੋਟਾਂ ਪੈ ਰਹੀਆਂ ਨੇ, ਬੈਲਟ ਬਾਕਸ ਦੇ ਵਿੱਚ ਬੈਲਟ ਪੇਪਰ ਜਿਹੜੇ ਹੈਗੇ ਉਹ ਫੋਲਡ ਕਰਕੇ ਪਾਏ ਜਾ ਰਹੇ ਨੇ। ਕਿੰਨੀ ਕੁ ਦੇਰ ਹੋਰ ਲੱਗਣੀ ਹੈ ਮੇਅਰ ਦੀ ਇਲੈਕਸ਼ਨ? बिल्कुल गगन, सब तो पहला तुहानू दस दिए कि अनूप गुप्ता ਜਿਹੜੇ ਵੋਟ ਪਾਣ ਹੁਣ ਸ਼ੁਰੂ ਜਾਣ ਲੱਗੇ ਆ ਇਹ ਅਨੂਪ ਗੁਪਤਾ ਹੀ ਮੇਅਰ ਜੋ ਬੀਜੇਪੀ ਦੇ ਮੇਅਰ ਦੇ ਜਿਹੜੇ ਕੈਂਡੀਡੇਟ ਨੇ ਇਹ ਪੂਰਾ ਜਿਹੜਾ ਹੈਗਾ ਇਹਨਾਂ ਨੂੰ ਹੁਣ ਉਹਨਾਂ ਦਾ ਟਾਈਮ ਹੈਗਾ ਹੁਣ ਮੇਅਰਸ਼ਿਪ ਦਾ ਵੋਟ ਪਾਣ ਦਾ ਤਾਂ ਪੂਰਾ ਪੇਪਰ ਜਿਹੜਾ ਹੈ ਉਹ ਚੈੱਕ ਕੀਤਾ ਜਾ ਰਿਹਾ ਇਹਨਾਂ ਵੱਲੋਂ। ਤਾਂ ਕਹਿ ਸਕਦੇ ਹਾਂ ਕਿ ਹੁਣ ਥੋੜੀ ਦੇਰ ਤੱਕ ਇਹ ਸਾਰਾ ਕਲੀਅਰ ਹੋ ਜਾਏਗਾ ਕਿ ਮੇਅਰ ਚੰਡੀਗੜ੍ਹ ਦਾ ਕੌਣ ਬਣਨ ਜਾ ਰਿਹਾ। ਇਹ ਪੂਰਾ ਜਿਹੜਾ ਬਕਸਾ ਹੈ ਇਹਦੇ ਵਿੱਚ ਹੁਣ ਪੂਰੀ ਜਿਹੜੀ ਹੰਕੜ ਤੋਂ ਬਾਅਦ ਇਹਨੂੰ ਖੋਲਿਆ ਜਾਏਗਾ, ਉਸ ਤੋਂ ਬਾਅਦ ਗਿਣਤੀ ਹੋਏਗੀ, ਉਸ ਤੋਂ ਬਾਅਦ ਨਾਲ ਦੇ ਨਾਲ ਹੀ ਜਿਹੜਾ ਹੈਗਾ ਅਨਾਉਂਸ ਕੀਤਾ ਜਾਏਗਾ। ਅਨੂਪ ਗੁਪਤਾ ਨੇ ਬੀਜੇਪੀ ਦੇ ਔਰ ਬੀਜੇਪੀ ਦੇ ਇਹ ਮੇਅਰ ਦੇ ਕੈਂਡੀਡੇਟ ਵੀ ਨੇ। ਤਾਂ ਬਿਲਕੁਲ ਕਿਉਂਕਿ ਹੁਣ ਤੱਕ ਦੀ ਜਿਹੜਾ ਸਿਨੈਰੀਓ ਦੀ ਤੁਸੀਂ ਗੱਲ ਕਰ ਰਹੇ ਹੋ, ਜਿਹੜਾ ਤੁਸੀਂ ਵੀ ਜ਼ਿਕਰ ਕੀਤਾ ਹੈ, ਚਾਹੇ ਆਮ ਆਦਮੀ ਪਾਰਟੀ ਕਿਉਂਕਿ ਨਾ ਕਾਂਗਰਸ ਇੱਥੇ ਹੈਗੀ ਹੈ ਨਾ ਇੱਥੇ ਅਕਾਲੀ ਦੇ ਕਾਉਂਸਲਰ ਨੇ, ਯਾਨੀ ਕਹਿ ਸਕਦੇ ਹਾਂ ਕਿ ਸਿਰਫ 14 ਬੀਜੇਪੀ ਦੇ ਨੇ, 14 ਆਮ ਆਦਮੀ ਪਾਰਟੀ ਦੇ ਨੇ ਤੇ +1 ਯਾਨੀ ਕਿ ਸਾਂਸਦ ਕਿਰਨ ਖੇਰ। ਤਾਂ ਕਹਿ ਸਕਦੇ ਕਿ ਜੇਕਰ ਹੁਣ ਕੋਈ ਕ੍ਰਾਸ ਵੋਟਿੰਗ ਨਹੀਂ ਹੁੰਦੀ, ਜੇਕਰ ਇਨਵੈਲਿਡ ਨਹੀਂ ਹੁੰਦਾ ਤਾਂ ਸਿੱਧਾ ਸਿੱਧਾ ਜਿਹੜੀ ਮੇਅਰ ਦੀ ਜਿਹੜੀ ਹੈ ਜਿਹੜੀ ਸੀਟ ਹੈ ਉਹ ਬੀਜੇਪੀ ਦੀ ਝੋਲੀ ਜਾਏਗੀ। ਲੇਕਿਨ ਖਤਰਾ ਕਿਸ ਚੀਜ਼ ਦਾ ਹੈ, ਯਾਨੀ ਕਿ ਕਿਸ ਚੀਜ਼ ਦਾ ਇਹਨਾਂ ਨੂੰ ਜਿਹੜਾ ਹੈਗਾ ਡਰ ਹੈਗਾ ਕਿ ਕ੍ਰਾਸ ਵੋਟਿੰਗ ਨਾ ਕੀਤੀ ਜਾਵੇ। ਕ੍ਰਾਸ ਵੋਟਿੰਗ ਜੇਕਰ ਹੋ ਗਈ ਤਾਂ ਕਿਉਂਕਿ ਬਿਲਕੁਲ ਕੋਈ ਉਹਦੇ ਚ ਬਸਦਾ ਹੀ ਨਹੀਂ ਹੈ। ਜੇਕਰ ਕ੍ਰਾਸ ਵੋਟਿੰਗ ਹੋ ਗਈ ਜਾਂ ਫਿਰ ਕੋਈ ਇਨਵੈਲਿਡ ਵੋਟ ਹੋ ਗਿਆ ਤਾਂ ਫਿਰ ਤਾਂ ਬਿਲਕੁਲ ਫਿਗਰ ਜਿਹੜੀ ਹੈਗੀ ਉਹ ਸੇਮ ਆ ਜਾਣੀ ਹੈ ਕਿਉਂਕਿ 14 ਕਾਉਂਸਲਰ ਆਮ ਆਦਮੀ ਪਾਰਟੀ ਦੇ ਨੇ, 14 ਬੀਜੇਪੀ ਦੇ ਨੇ, +1 ਯਾਨੀ 21 ਸੀਟ ਜਿਹੜੀ ਹੈਗੀ ਹੈ ਉਹ ਬੀਜੇਪੀ ਦੇ ਖਾਤੇ 'ਚ ਹੈਗੀ ਹੈ, ਉਹ ਸਾਂਸਦ ਕਿਰਨ ਖੇਰ ਦੀ। ਜੇਕਰ ਕੋਈ ਇਨਵੈਲਿਡ ਵੋਟ ਹੁੰਦੀ ਹੈ, ਜੇਕਰ ਕੋਈ ਕ੍ਰਾਸ ਵੋਟਿੰਗ ਹੁੰਦੀ ਹੈ ਤਾਂ ਇਹਦਾ ਜਿਹੜਾ ਨੁਕਸਾਨ ਹੈ ਉਹ ਸਿੱਧਾ ਤੌਰ ਤੇ ਬੀਜੇਪੀ ਨੂੰ ਜਾਣ ਵਾਲਾ ਹੈ ਜੇਕਰ ਕੋਈ ਇਸ ਤਰ੍ਹਾਂ ਦਾ ਕੁਝ ਹੁੰਦਾ ਹੈ। ਹਾਲਾਂਕਿ ਹਜੇ ਤੱਕ ਕਿਉਂਕਿ ਹੁਣ ਜਿਹੜਾ ਬਕਸਾ ਹੈ ਕਿਉਂਕਿ ਹੁਣ ਸ਼ੁਰੂ ਹੋ ਚੁੱਕੀ ਹੈ ਪ੍ਰੋਸੈਸ, ਕੁਝ ਹੀ ਮਿੰਟਾਂ 'ਚ ਇਹ ਸਾਰੇ ਜਿਹੜੇ ਹੈਗੇ ਪੂਰੇ ਜਿਹੜੀ ਵੋਟਿੰਗ ਪੂਰੀ ਹੋਣ ਤੋਂ ਬਾਅਦ ਇਹ ਜਿਹੜਾ ਬਾਕਸ ਹੈ ਇਹ ਖੋਲਿਆ ਜਾਏਗਾ ਔਰ ਉਸ ਤੋਂ ਬਾਅਦ ਜਿੰਨੇ ਵੀ ਜਿਹੜੇ ਬੈਲਟ ਪੇਪਰ ਦੇ ਜਿਹੜੇ ਪੇਪਰ ਨੇ ਉਹਦੇ ਵਿੱਚ ਖੋਲ ਕੇ ਸਾਰਿਆਂ ਦੇ ਸਾਹਮਣੇ, ਇਹ ਨਹੀਂ ਕਿ ਪੂਰਾ ਸਾਰਿਆਂ ਦੇ ਸਾਹਮਣੇ ਕਿਉਂਕਿ ਇਹਨਾਂ ਵੱਲੋਂ ਵੀ ਬੀਜੇਪੀ ਵੱਲੋਂ ਵੀ ਜਿਹੜਾ ਹੈਗਾ ਇੱਕ ਜਿਹੜਾ ਹੈਗਾ ਇਹਨਾਂ ਨੇ ਨਿਯੁਕਤ ਕੀਤਾ ਹੈ ਤੇ ਆਮ ਆਦਮੀ ਪਾਰਟੀ ਵੱਲੋਂ ਵੀ ਦੋਨੋਂ ਜਿਹੜੇ ਹੈਗੇ ਕੈਂਡੀਡੇਟਸ ਇੱਥੇ ਪਹੁੰਚਣਗੇ। ਇਹ ਸਾਰੇ ਖੋਲ ਕੇ ਪ੍ਰੀਸਾਈਡਿੰਗ ਆਫੀਸਰ ਦੇ ਸਾਹਮਣੇ
ਇਹ ਬੈਲਟ ਬਾਕਸ ਤੇ ਖੋਲ ਕੇ ਸਾਰਾ ਇੱਕ ਇੱਕ ਕਰਕੇ ਜਿਹੜਾ ਹੈਗਾ ਰੱਖਿਆ ਜਾਏਗਾ। ਹੁਣ ਸੌਰਵ ਜੋਸ਼ੀ ਜਿਹੜੇ ਹੈਗੇ ਬੀਜੇਪੀ ਦੇ, ਉਹਨਾਂ ਵੱਲੋਂ ਜਿਹੜੇ ਵੋਟ ਪਾਈ ਜਾ ਰਹੀ ਹੈ, ਅਨੂਪ ਗੁਪਤਾ ਨੇ ਵੋਟ ਪਾ ਦਿੱਤੀ ਹੈ। ਜਿਹੜੇ ਮੇਅਰ ਦੇ ਕੈਂਡੀਡੇਟ ਨੇ ਇਹ ਅਨੂਪ ਗੁਪਤਾ ਨੇ ਬੀਜੇਪੀ ਦੇ, ਤੇ ਹੁਣ ਸੌਰਵ ਜੋਸ਼ੀ ਇੱਥੇ ਪਹੁੰਚੇ ਨੇ। ਤਾਂ ਕਹਿ ਸਕਦੇ ਬੜਾ ਇੰਟਰਸਟਿੰਗ ਹੁੰਦਾ ਹੈ, ਔਰ ਇੰਟਰਸਟਿੰਗ ਇਸ ਕਰਕੇ ਵੀ ਹੁੰਦਾ ਹੈ ਕਿਉਂਕਿ ਜਿਹੜਾ ਰੇਸ਼ੋ ਹੈ ਉਹ ਕਿਤੇ ਨਾ ਕਿਤੇ ਬਹੁਤ ਹੀ ਕਲੋਜ਼ ਹੈ, ਬਹੁਤ ਹੀ ਕਲੋਜ਼ ਹੈਗਾ, ਇਸ ਕਰਕੇ ਇੰਟਰਸਟਿੰਗ ਹੋ ਜਾਂਦਾ ਹੈ। ਹਾਲਾਂਕਿ ਇਸ ਵਾਰੀ ਬੜਾ ਜ਼ਰੂਰ ਹੈਗਾ ਕਿ ਕਾਂਗਰਸ ਨੇ ਜਿਹੜਾ ਹੈਗਾ ਇਹਦੇ ਵਿੱਚ ਹਾਜ਼ਰੀ ਨਹੀਂ ਪਾਈ ਹੈ, ਬਾਈਕਾਟ ਕੀਤਾ ਹੈ 6 ਜਿਹੜੇ ਕਾਉਂਸਲਰਸ ਨੇ। ਔਰ ਇਹਦੇ ਵਿੱਚ ਇੱਕ ਗੱਲ ਹੋਰ ਜਿਹੜੀ ਹੁਣ ਅਪਡੇਟ ਜਿਹੜੀ ਹੈ, ਹੁਣ ਜਿਹੜੇ ਹੈਗੇ ਕਾਂਗਰਸ ਦੇ ਜਿਹੜੇ ਕਾਉਂਸਲਰਸ ਨੇ 6 ਕਾਉਂਸਲਰਸ ਨੇ, ਉਹਨਾਂ ਦੀ ਇੱਕ ਵੀਡੀਓ ਵੀ ਹੁਣ ਸਾਹਮਣੇ ਆਈ ਹੈ। ਹਾਲਾਂਕਿ ਇੱਕ ਫੇਕ ਵੀਡੀਓ, ਇੱਕ ਫੇਕ ਫੋਟੋ ਸਾਹਮਣੇ ਆ ਰਹੀ ਸੀ ਕਿ ਇੱਕ ਕਾਂਗਰਸ ਦਾ ਜਿਹੜਾ ਕਾਉਂਸਲਰ ਹੈ ਉਹ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਗਿਆ। ਉਹਨਾਂ ਦੀ ਇਹਨਾਂ ਨੇ ਨਖੇਦੀ ਕੀਤੀ ਹੈ, ਉਹਨਾਂ ਨੇ ਇੱਕ ਵੀਡੀਓ ਜਾਰੀ ਕੀਤੀ ਹੈ ਹੁਣੇ ਕਿ ਇਹ ਗਲਤ ਹੈ, ਅਸੀਂ ਕਾਨੂੰਨੀ ਕਾਰਵਾਈ ਕਰਾਂਗੇ, ਆਮ ਆਦਮੀ ਪਾਰਟੀ ਦੇ ਖਿਲਾਫ ਕਾਰਵਾਈ ਕਰਾਂਗੇ। ਇਸ ਤਰ੍ਹਾਂ ਦੀ ਫੇਕ ਫੋਟੋ ਜਿਹੜੀ ਹੈ ਵਾਇਰਲ ਕੀਤੀ ਗਈ ਹੈ, ਸਿਰਫ ਨਗਰ ਨਿਗਮ ਦੇ ਇਲੈਕਸ਼ਨਸ ਨੂੰ ਲੈ ਕੇ ਇਸ ਤਰ੍ਹਾਂ ਦੀ ਜਿਹੜੀ ਫੋਟੋ ਵਾਇਰਲ ਕੀਤੀ ਗਈ ਹੈ, ਜਿਹਦੇ ਵਿੱਚ ਮੁੱਖ ਮੰਤਰੀ ਸੀਐਮ ਨੇ ਪੰਜਾਬ ਦੇ ਔਰ ਜਰਨੈਲ ਸਿੰਘ ਨੇ, ਇਸ ਕਰਕੇ ਵੀਡੀਓ ਜਿਹੜੀ ਹੈਗੀ ਹੈ ਪਾਈ ਗਈ ਹੈ ਕਾਂਗਰਸ ਵੱਲੋਂ। ਹਾਲਾਂਕਿ ਇੱਥੇ ਮੌਜੂਦ ਕੋਈ ਨਹੀਂ ਹੈ, ਕਾਂਗਰਸ ਦਾ ਕੋਈ ਕਾਉਂਸਲਰ ਇੱਥੇ ਮੌਜੂਦ ਨਹੀਂ ਹੈ। ਅਕਾਲੀ ਦਲ ਦਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਕਾਉਂਸਲਰ ਨੇ ਉਹ ਵੀ ਇੱਥੇ ਮੌਜੂਦ ਨਹੀਂ ਹੈ। ਸਿਰਫ ਇੱਥੇ ਇੰਟਰਸਟਿੰਗ ਜਿਹੜੀ ਹੁਣ ਚੱਲ ਰਹੀ ਹੈ, ਜਿਹਦੇ ਵਿੱਚ ਆਮ ਆਦਮੀ ਪਾਰਟੀ ਤੇ ਜਿਹੜੇ ਬੀਜੇਪੀ ਦੇ ਨੇ ਤੇ ਸਾਂਸਦ ਕਿਰਨ ਖੇਰ ਇੱਥੇ ਮੌਜੂਦ ਨੇ। कह सकते हैं कि थोड़ी देर तक, यानी कि कुछ ही देर तक ये क्लियर हो जाएगा कि चंडीगढ़ का मेयर कौन बन रहा है, चंडीगढ़ का मेयर कौन बन रहा है। ये आपस में जी नोक-झोंक भी बिच बिच चल रही है, इन्हों की चली जा रही है। मैं ये आपस च जी हैगी नोक झोंक करते करते जी वोटिंग जी है जरूर की जा रही है, आपस की जी इन्हों की जी की जा रही है। लेकिन दूजे पासे जो हालांकि हुण आपस जी हैगी वोटिंग करन तो बाद मेयर की जी शिप है हुण देखना होगा, उस तो बाद सीनियर डिप्टी मेयर की होएगी, उस तो बाद डिप्टी मेयर की। यानी कह सकते हैं कि हजे 1.5-2 घंटे का जो प्रोसैस है, अज चंडीगढ़ के लोगों नया मेयर मिलन जा रहा है। 1 साल का प्रोसैस होंदा है, 1 साल बाद जो गगन ये पूरा जो है चंडीगढ़ मेयर का, सीनियर डिप्टी मेयर का, डिप्टी मेयर का इलैक्शन होंदा है। तो कह सकते हैं कि बड़ा ही ਜਿਹੜਾ ਇੰਟਰਸਟਿੰਗ ਜਿਹੜੀ ਹੈਗੀ ਹੈ ਤਸਵੀਰਾਂ ਵੀ ਇੰਟਰਸਟਿੰਗ ਜਿਹੜਾ ਇਲੈਕਸ਼ਨ ਹੁੰਦਾ ਹੈ, ਜਿਹਨੂੰ ਲੈ ਕੇ ਬੀਜੇਪੀ ਵੀ ਨੋਕ-ਝੋਕ ਕਰਦੀ, ਆਮ ਆਦਮੀ ਪਾਰਟੀ ਵੀ ਲਗਾਤਾਰ ਆਪਸ 'ਚ ਜਿਹੜੀ ਨੋਕ-ਝੋਕ ਚੱਲਦੀ ਹੈ, ਉਹਦੇ ਵਿੱਚ ਹੀ ਕਹਾਸੁਣੂ ਵੀ ਹੁੰਦੀ ਹੈ, ਬਹਿਸਬਾਜ਼ੀ ਵੀ ਹੁੰਦੀ ਹੈ। ਤੇ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਜਿਹੜੀ ਹੈਗੀ ਹੈ ਉਹ ਜਿਹੜੀ ਹੈ ਇਹਦੇ ਵਿੱਚ ਇਲੈਕਸ਼ਨ ਜਿਹੜਾ ਹੈਗਾ ਹੁੰਦਾ। ਲਾਈਵ ਤਸਵੀਰਾਂ ਤੁਸੀਂ ਵੇਖ ਰਹੇ ਹੋ ਨਿਊਜ਼ 18 ਤੇ ਐਕਸਕਲੂਸਿਵ ਪਲ ਪਲ ਦੀ ਅਪਡੇਟ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅੱਜ ਦਾ ਜਿਹੜਾ ਇਲੈਕਸ਼ਨ ਹੈਗਾ ਬਹੁਤ ਹੀ ਦਿਲਚਸਪ, ਬਹੁਤ ਹੀ ਇੰਟਰਸਟਿੰਗ। हालांकि ये अज चंडीगढ़ की जी कमिश्नर ने अंदिता मित्रा वो मौजूद नहीं हुई है, वो शामिल नहीं हुई है। प्रिसाइडिंग ऑफिसर ने अमित जिंदल ते सैकटरी ने ते बाकी जो स्टाफ है जो सारा जो करता है अरेंजमेंट्स करता है, नगर निगम का अरेंजमेंट्स करता है, नाल पुलिस के भी अरेंजमेंट्स होंगे। क्योंकि इतने इस बार क्योंकि लास्ट टाइम जो आप गल करिए काफ़ी हंगामा होया सीगा, काफ़ी जी हैगी बहसबाजी हुई सी, आपस में झड़प हुई सी, इस करके इस बार पुलिस के जो सीनियर अफसर हैं वो भी थले लाए गए ने। मार्शल उन्होंने हत्थों च बैंड भी लग्या होया मार्शल का, यानी कि मार्शल इत्थे लाए कि कोई भी गड़बड़ होंदी है, किसी भी तरह की कोई गल होंदी है तो वो जिहड़ा हैगा वो लॉ एंड ऑर्डर नूं बिल्कुल तरीके नाल जिहड़ा हैगा वो सामूगे। तो कह सकते हैं कि जिहड़ा प्रोसैस है गगन वो पूरी तरह चल रहा है। तो कुछ ही देर तक असीं कह सकते हैं कि जब बैलेट पेपर खुलेगा तो ये मेयर जिहड़ा हैगा चंडीगढ़ का ये कौन बनने वाला है ये क्लीयर हो जाएगा। गगन बिल्कुल बिल्कुल कुछ ही देर तक जिहड़ा हैगा क्लीयर हो जाएगा कि मेयर बनेगा कौन। अनूप गुप्ता के चांसेस हालांकि ज़्यादा ने, क्योंकि जेकर अंकड़ा देखा जाए तो 15 वोटां जिहड़ियां ने बीजेपी के उम्मीदवार के हक में भुगतदियां ने मेयर की चोण के लिए। और जेकर आम आदमी पार्टी के उम्मीदवार की गल करी तो 1 वोट करके 14 वोटां जिहड़ियां ने जसबीर सिंह लाडी के हक दे विच जांदियां ने, जिहड़ा हुण तक दा आंकड़ा हैगा। हालांकि बैलेट पेपर जो बैलेट बक्सा खुलेगा, बैलेट बक्से चो जिहड़ा हैगा बैलेट पेपर बाहर निकल गए, बैलेट पेपर की गिणती होगी तो बैलेट पेपर गिण के फिर दस्सिया जाएगा कि बीजेपी के उम्मीदवार नूं कितनी वोटां मिलियां ने ते आम आदमी पार्टी के उम्मीदवार नूं कितनियां वोटां मिलियां ने, उस वेले क्लीयर होगा। क्योंकि जिहड़ा खदशा प्रगटाया जा रहा है वो ये है कि किते क्रॉस वोटिंग तो नहीं हो जाएगी, किते कोई अपनी पार्टी का दूजी धिर नूं वोट तो नहीं पा जाएगा। सो इस नूं लैके डर जिहड़ा हैगा एक हैगा दोवें धिरां नूं, और उसे करके दोवां ने कौंसलर नूं भी बड़ा कंट्रोल करके रखिया सीगा। और इस सब दे विचाले प्रक्रिया तो चल ही रही है, नाल ही नोक झोंक जिहड़ी हैगी वो भी लगातार चल रही है। आपस दे विच एक दूजे ते जिहड़ा हैगा जिहड़ा तंज कसन वाला अंदाज हुंदा है, सियासी तंज जिहड़े ने वो भी कसे जा रहे हैं, हासा ठट्ठा भी नाल नाल चल रहा है। क्योंकि वोटां की गल करिए तो बहुत ही ज़्यादा कुल मिला के 29 वोटां जिहड़ियां ने वो पैणियां ने।
29 ਵੋਟਾਂ ਬੈਲਟ ਪੇਪਰ ਦੇ ਰਾਹੀਂ ਪੈਣਗੀਆਂ, ਜਿਨ੍ਹਾਂ 'ਚੋਂ ਜ਼ਿਆਦਾਤਰ ਪੈ ਚੁੱਕੀਆਂ ਨੇ। ਔਰ ਇਸ ਵੇਲੇ ਪ੍ਰਕਿਰਿਆ ਜਿਹੜੀ ਹੈ ਉਹ ਚੱਲ ਰਹੀ ਹੈ। ਪੀਲੇ ਰੰਗ ਦਾ ਬੈਲਟ ਪੇਪਰ ਜਿਹੜਾ ਹੈਗਾ ਉਹ ਮੇਅਰ ਦੇ ਲਈ ਹੈਗਾ, ਔਰ ਪੀਲੇ ਰੰਗ ਦੇ ਬੈਲਟ ਪੇਪਰ ਦੇ ਰਾਹੀਂ ਮੇਅਰ ਦੀ ਚੋਣ ਜਿਹੜੀ ਹੈਗੀ ਉਹ ਕੀਤੀ ਜਾ ਰਹੀ ਹੈ ਕਾਉਂਸਲਰਸ ਦੇ ਵੱਲੋਂ। ਕਾਉਂਸਲਰ ਜਿਹੜਾ ਹੈਗਾ ਮੇਅਰ ਦੀ ਚੋਣ ਕਰ ਰਹੇ ਨੇ। ਹਾਲਾਂਕਿ ਬੈਲਟ ਪੇਪਰ ਦਾ ਇੱਕ ਪਲੱਸ ਪੁਆਇੰਟ ਇਹ ਹੈਗਾ ਕਿ ਇਸ ਨੂੰ ਹੁਣ ਪ੍ਰੋਸੈਸ ਨੂੰ ਜਿਹੜਾ ਹੈਗਾ ਉਹ ਨਿਪਟਾ ਲਿਆ ਜਾਵੇਗਾ, ਉਸ ਤੋਂ ਬਾਅਦ ਸਾਰਿਆਂ ਸਾਹਮਣੇ ਇਸ ਦੀ ਗਿਣਤੀ ਹੋਵੇਗੀ। ਪਰ ਬੈਲਟ ਪੇਪਰ ਦੇ ਵਿੱਚ ਕੋਈ ਵੋਟ ਕਿਤੇ ਇਨਵੈਲਿਡ ਤਾਂ ਨਹੀਂ ਹੋ ਗਿਆ, ਕੋਈ ਵੋਟ ਗਲਤ ਤਾਂ ਨਹੀਂ ਹੋ ਗਿਆ, ਕੋਈ ਵੋਟ ਖਾਰਿਜ ਤਾਂ ਨਹੀਂ ਹੋ ਗਿਆ। ਇਹ ਸਭ ਤੋਂ ਵੱਡਾ ਜਿਹੜਾ ਇੱਕ ਡਰ ਰਹਿੰਦਾ ਹੈ ਕਿ ਬੈਲਟ ਪੇਪਰ ਦੇ ਵਿੱਚ ਥੋੜੀ ਜਿਹੀ ਵੀ ਗਲਤੀ ਜਿਹੜੀ ਹੈਗੀ ਹੈ ਤੁਹਾਡਾ ਵੋਟ ਜਿਹੜਾ ਹੈਗਾ ਉਹ ਕੈਂਸਲ ਕਰਾ ਸਕਦੀ ਹੈ। ਸੋ ਇਹ ਆਪਣੇ ਆਪ ਵਿੱਚ ਕਿਤੇ ਨਾ ਕਿਤੇ ਇੱਕ ਡਰ ਜਿਹੜਾ ਹੈਗਾ ਉਹ ਬਰਕਰਾਰ ਰਹਿੰਦਾ ਹੈ। ਮਨੋਜ, ਬੈਲਟ ਪੇਪਰ ਦੇ ਰਾਹੀਂ ਚੋਣ ਹੋ ਰਹੀ ਹੈ, ਕ੍ਰੋਸ ਵੋਟਿੰਗ ਦਾ ਡਰ ਤਾਂ ਹੈਗਾ ਹੀ ਹੈ ਇੱਕ, ਜਿਸ ਤਰੀਕੇ ਤੁਸੀਂ ਦੱਸ ਰਹੇ ਸੀਗੇ। ਪਰ ਜੇਕਰ ਇਹ ਦੇਖਿਆ ਜਾਵੇ ਕਿ ਬੈਲਟ ਪੇਪਰ ਤੇ ਥੋੜਾ ਜਿਹਾ ਵੀ ਟਿਕ ਪਲੱਸ ਮਾਈਨਸ ਹੋਇਆ, ਇੱਧਰ ਉੱਧਰ ਲੱਗਿਆ, ਤਾਂ ਵੋਟ ਵੀ ਜਿਹੜਾ ਹੈਗਾ ਕੈਂਸਲ ਹੋ ਜਾਂਦੀ ਹੈ, ਰੱਦ ਹੋ ਜਾਂਦੀ ਹੈ, ਜਾਂ ਉਸ ਨੂੰ ਕੈਂਸਲ ਕਰ ਦਿੱਤਾ ਜਾਂਦਾ ਹੈ। ਇਹ ਡਰ ਵੀ ਕਿਤੇ ਨਾ ਕਿਤੇ ਰਹਿੰਦਾ। ਮਨੋਜ ਦੇ ਨਾਲ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਇਹ ਪੂਰਾ ਪ੍ਰੋਸੈਸ ਜਿਹੜਾ ਹੈਗਾ ਇਸ ਵੇਲੇ ਚੱਲ ਰਿਹਾ ਹੈ। ਵੋਟਿੰਗ ਪ੍ਰਕਿਰਿਆ ਜਿਹੜੀ ਹੈਗੀ ਉਹ ਚੱਲ ਰਹੀ ਹੈ ਬੈਲਟ ਪੇਪਰ ਦੇ ਰਾਹੀਂ ਵੋਟਿੰਗ। ਹਾਲਾਂਕਿ ਈਵੀਐਮ ਦੇ ਦੌਰ ਦੇ ਵਿੱਚ ਬੈਲਟ ਪੇਪਰ ਦਾ ਦੌਰ ਜਿਹੜਾ ਹੈਗਾ ਉਹ ਬੜਾ ਵੱਖਰੇ ਅੰਦਾਜ਼ ਦੇ ਵਿੱਚ ਸਾਹਮਣੇ ਆਉਂਦਾ ਹੈ। ਜਿਹੜੇ ਹੁਣ ਦੀ ਜਨਰੇਸ਼ਨ ਹੈਗੀ ਹੈ ਉਸ ਦੇ ਲਈ ਬਿਲਕੁਲ ਇੱਕ ਨਵਾਂ ਹੋ ਸਕਦਾ ਹੈ। ਪਰ ਇਸ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਜਾਂ ਲੋਕ ਸਭਾ ਚੋਣਾਂ ਦੀ ਗੱਲ ਕਰੀਏ, ਈਵੀਐਮ ਤੋਂ ਪਹਿਲਾਂ ਜਿਹੜਾ ਦੌਰ ਸੀਗਾ ਉਸ ਦੇ ਵਿੱਚ ਬੈਲਟ ਬਕਸੇ ਜਿਹੜੇ ਸੀਗੇ ਉਹੀ ਇਸਤੇਮਾਲ ਹੁੰਦੇ ਸੀਗੇ, ਔਰ ਇਹਨਾਂ ਦੇ ਰਾਹੀਂ ਚੋਣ ਹੁੰਦੀ ਸੀ। ਔਰ ਇੱਥੇ ਤੱਕ ਕਿ ਜਿਹੜਾ ਜਨਤਕ ਪੱਧਰ ਤੇ ਜਦੋਂ ਵੋਟਾਂ ਪੈਂਦੀਆਂ ਸੀ ਤਾਂ ਉਸ ਸਿਨੈਰੀਓ ਦੇ ਵਿੱਚ ਬੜਾ ਇੱਕ ਹੰਗਾਮਾ ਰਹਿੰਦਾ ਸੀਗਾ, ਹੰਗਾਮੇਦਾਰ ਚੋਣਾਂ ਹੁੰਦੀਆਂ ਸੀਗੀਆਂ। ਕਈ ਥਾਂ ਤੇ ਬੂਥ ਕੈਪਚਰਿੰਗ ਦੀਆਂ ਖਬਰਾਂ ਜਿਹੜੀਆਂ ਆਉਂਦੀਆਂ ਸੀਗੀਆਂ, ਉਸ ਵੇਲੇ ਪੂਰੇ ਬੈਲਟ ਬਕਸੇ ਚੁੱਕ ਕੇ ਲੈ ਜਾਂਦੇ ਸੀਗੇ, ਔਰ ਕਈ ਬੈਲਟ ਪੇਪਰ ਜਿਹੜੇ ਹੈਗੇ ਛਪਵਾ ਕੇ ਆਪਣੇ ਨਾਂ ਤੇ ਛਪਾ ਕੇ ਜਿਹੜਾ ਹੈਗਾ ਵੋਟਾਂ ਪਾ ਕੇ ਬੂਥ ਕੈਪਚਰ ਦੀ ਕੋਸ਼ਿਸ਼ ਜਿਹੜਾ ਹੈਗਾ, ਇਸ ਤਰੀਕੇ ਦੀਆਂ ਇਲੀਗਲ ਪ੍ਰੈਕਟਿਸ ਜਿਹੜੀਆਂ ਸੀਗੀਆਂ ਉਸ ਵੇਲੇ ਕੀਤੀਆਂ ਜਾਂਦੀਆਂ ਸੀਗੀਆਂ। ਅੱਜ ਮੇਅਰ ਦਾ ਇਲੈਕਸ਼ਨ ਹੈਗਾ, ਬੈਲਟ ਪੇਪਰ ਦੇ ਰਾਹੀਂ ਹੋ ਰਿਹਾ, ਔਰ ਬੈਲਟ ਪੇਪਰ ਦੇ ਰਾਹੀਂ ਉਹ ਕਿਤੇ ਨਾ ਕਿਤੇ ਇੱਕ ਪੁਰਾਣਾ ਦੌਰ ਜਿਹੜਾ ਹੈਗਾ ਉਸ ਨੂੰ ਵੀ ਯਾਦ ਕੀਤਾ ਜਾ ਸਕਦਾ ਹੈ। ਇਸੇ ਬਹਾਨੇ ਮਨੋਜ ਮੇਰੇ ਨਾਲ ਜੁੜ ਗਏ ਨੇ। ਇੱਕ ਵਾਰ ਫਿਰ ਮਨੋਜ ਦਾ ਰੁਖ ਕਰਦੇ ਹਾਂ। ਮਨੋਜ, ਬੈਲਟ ਪੇਪਰ ਦੇ ਰਾਹੀਂ ਵੋਟਿੰਗ, ਅਸੀਂ ਗੱਲ ਕਰ ਰਹੇ ਸੀਗੇ ਕਿ ਇੱਕ ਵੀ ਟਿਕ ਜਿਹੜਾ ਹੈਗਾ, ਇੱਕ ਵੀ ਮਾਰਕ ਇੱਧਰ ਉੱਧਰ ਲੱਗਿਆ ਤੇ ਵੋਟ ਜਿਹੜਾ ਹੈਗਾ ਜਾਂ ਤਾਂ ਰੱਦ ਹੋ ਜਾਏਗੀ ਜਾਂ ਫਿਰ ਉਸ ਤੇ ਆਬਜੈਕਸ਼ਨ ਆ ਜਾਏਗਾ। ਇਹ ਕਿੰਨਾ ਵੱਡਾ ਇੱਕ ਖਦਸ਼ਾ ਰਹਿੰਦਾ ਹੈ? ਕਿੰਨੀ ਟ੍ਰੇਨਿੰਗ ਇਸ ਦੇ ਲਈ ਮੇਅਰ ਦੇ ਇਲੈਕਸ਼ਨ ਦੇ ਲਈ ਜਿਹੜਾ ਹੈਗਾ ਕਾਉਂਸਲਰ ਨੂੰ ਦਿੱਤੀ ਜਾਂਦੀ ਹੈ ਕਿ ਤੁਸੀਂ ਆਪਣਾ ਟਿਕ ਜਿਹੜਾ ਹੈਗਾ ਉਹ ਪ੍ਰੋਪਰ ਬਾਕਸ ਦੇ ਵਿੱਚ ਲਾਣਾ ਹੈ, ਥੋੜਾ ਜਿਹਾ ਵੀ ਇੱਧਰ ਉੱਧਰ ਹੋਇਆ ਤਾਂ ਉਸ ਤੇ ਆਬਜੈਕਸ਼ਨ ਹੋ ਜਾਏਗੀ। ਬਿਲकुल ਗगन, ਇਹ ਬਹੁਤ ਅਹਿਮ ਹੁੰਦਾ ਹੈ। ਜਿੱਦਾਂ ਅਸੀਂ ਪਹਿਲਾਂ ਵੀ ਜਾਣਕਾਰੀ ਦਿੱਤੀ ਸੀ, ਜਿਹੜਾ ਯੈਲੋ ਕਲਰ ਦਾ ਜਿਹੜਾ ਪੇਪਰ ਹੈ ਉਹਦੇ ਵਿੱਚ ਪਹਿਲਾਂ ਹੀ ਜਿਹੜੇ ਪ੍ਰੈਸਾਈਡਿੰਗ ਆਫੀਸਰ ਨੇ, ਡਿਪਟੀ ਕਮਿਸ਼ਨਰ ਨੇ ਚੰਡੀਗੜ੍ਹ ਦੇ ਵਿਨੇ ਪ੍ਰਤਾਪ, ਉਹਨਾਂ ਵੱਲੋਂ ਪਹਿਲਾਂ ਹੀ ਜਾਣਕਾਰੀ ਜਿਹੜੀ ਹੈ ਸਾਰੇ ਕਾਉਂਸਲਰਾਂ ਨੂੰ ਦਿੱਤੀ ਹੈ ਕਿ ਜੇਕਰ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਪੈਨ ਦਾ ਟਿਕ ਲੱਗ ਤੋਂ ਲੱਗ ਗਿਆ ਜਾਂ ਫਿਰ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਹੈਗਾ ਵਿੱਚ ਸੈਂਟਰ ਜਿਹੜਾ ਹੈਗਾ ਉਹ ਹੋਇਆ, ਤਾਂ ਕਹਿ ਸਕਦੇ ਹਾਂ ਕਿ ਉਹਦੇ ਵਿੱਚ ਜਿਹੜੇ ਹੈਗੇ ਉਹ ਸਾਫ਼ ਤੌਰ ਤੇ ਇਨਵੈਲਿਡ ਮੰਨਿਆ ਜਾਏਗਾ। ਹਾਲਾਂਕਿ ਇੱਕ ਬੜੀ ਤਸਵੀਰ ਜਿਹੜੀ ਹੈ ਉਹ ਜਿਹੜੀ ਸਾਹਮਣੇ ਆ ਰਹੀ ਹੈ, ਹਾਲਾਂਕਿ ਕੋਸ਼ਿਸ਼ ਕਰਾਂਗੇ ਲੇਕਿਨ ਕੈਮਰਾ ਜਿਹੜਾ ਹੈਗਾ ਬਿਲਕੁਲ ਬੈਕ ਤੇ ਹੈ, ਨਹੀਂ ਦਿਖਾ ਪਾएंगे ਕਿਉਂਕਿ ਅਸੀਂ ਜਿਹੜੀ ਦੇਖ ਪਾ ਰਹੇ ਹਾਂ ਉਹ ਤੁਹਾਨੂੰ ਦਿਖਾ ਦਈਏ ਕਿ ਜਸਬੀਰ ਸਿੰਘ ਲਾਡੀ ਆਮ ਆਦਮੀ ਪਾਰਟੀ ਦੇ ਮੇਅਰ ਦੇ ਤੇ ਅਨੂਪ ਗੁਪਤਾ ਬੀਜੇਪੀ ਦੇ ਉਹ ਨਾਲ ਬਹਿ ਕੇ ਚਾਹ ਪੀਂਦੇ ਨਜ਼ਰ ਆ ਰਹੇ ਨੇ। ਹਾਲਾਂਕਿ ਬਿਲਕੁਲ ਬੈਕ ਤੇ ਹੈ ਕੈਮਰਾ, ਜਿਹੜਾ ਉੱਥੇ ਜਿਹੜਾ ਹੈਗਾ ਨਹੀਂ ਪਹੁੰਚ ਸਕਦਾ, ਲੇਕਿਨ ਆਪਣੀ ਤਸਵੀਰਾਂ ਕੋਸ਼ਿਸ਼ ਕਰਾਂਗੇ ਤੁਹਾਨੂੰ ਤਸਵੀਰਾਂ, ਕਿਉਂਕਿ ਬਿਲਕੁਲ ਬੈਕ ਤੇ ਹੈਗਾ, ਜਿੱਥੇ ਤੱਕ ਕੈਮਰਾ ਜਾਏਗਾ ਜ਼ਰੂਰ ਮੈਂ ਕੋਸ਼ਿਸ਼ ਕਰਾਂਗਾ। ਲੇਕਿਨ ਜਿਹੜੇ ਅਨੂਪ ਗੁਪਤਾ ਨੇ ਬੀਜੇਪੀ ਦੇ ਤੇ ਜਸਬੀਰ ਸਿੰਘ ਲਾਡੀ ਉਹ ਨਾਲ ਬੈਠੇ ਨੇ, ਆਪਸ 'ਚ ਗੱਲਬਾਤ ਕਰ ਰਹੇ ਨੇ, ਆਪਸ 'ਚ ਚਾਹ ਜਿਹੜਾ ਹੈਗਾ ਕਿਉਂਕਿ ਟੀ ਟਾਈਮ ਹੈਗਾ ਜਿਹੜਾ ਹੈਗਾ ਉਹ ਪੀ ਰਹੇ। ਲੇਕਿਨ ਇਹਦੇ ਵਿੱਚ ਬੜਾ ਗਗਨ ਇੱਕ ਸਿਨੈਰੀਓ ਜਿਹੜਾ ਰਹਿੰਦਾ ਹੈ, ਹਰ ਵਾਰ ਇੱਕ ਪ੍ਰੋਟੋਕਾਲ ਜਿਹੜਾ ਰਹਿੰਦਾ ਹੈ ਉਹ ਤੁਹਾਨੂੰ ਥੋੜੀ ਜਿਹੀ ਜਾਣਕਾਰੀ ਦੇ ਦੀ ਹੈ ਕਿ ਜਿਹੜਾ ਵੀ ਇਨਵੈਲਿਡ ਦਾ ਹੀ ਹਮੇਸ਼ਾ ਜਿਹੜਾ ਹੈਗਾ ਉਹ ਖਤਰਾ ਰਹਿੰਦਾ ਹੈ ਤੇ ਨਾਲ ਦੇ ਨਾਲ ਕ੍ਰੋਸ ਵੋਟਿੰਗ ਦਾ ਰਹਿੰਦਾ ਹੈ, ਕਿਉਂਕਿ ਇਸ ਪੂਰੀ ਇਲੈਕਸ਼ਨ 'ਚ, ਇਸ ਪੂਰੇ ਗੇਮ 'ਚ ਸਿਰਫ ਔਰ ਸਿਰਫ ਕਿਉਂਕਿ ਰੇਸ਼ੋ ਜਿਹੜੀ ਹੈ ਉਹ ਬਿਲਕੁਲ ਸੇਮ ਹੈ। ਜੇਕਰ ਦੇਖੀਏ 14 ਤੇ 14, ਇੱਕ 15 ਜਿਹੜੀ ਹੈਗੀ ਹੈ, 15ਵੀਂ ਜਿਹੜੀ ਹੈਗੀ ਹੈ ਸਾਂਸਦ ਕਿਰਨ ਖੇਰ ਦੀ ਹੈ। ਜੇਕਰ ਕੋਈ ਵੀ ਕ੍ਰਾਸ ਵੋਟਿੰਗ ਹੁੰਦੀ ਹੈ, ਕੋਈ ਵੀ ਇੱਕ ਵੀ ਪਰਸਨ ਇਨਵੈਲਿਡ ਹੁੰਦਾ ਹੈ ਤਾਂ ਉਹ ਉੱਥੇ ਜਿਹੜਾ ਹੈਗਾ ਪੇਚ ਉਹ ਫਸ ਜਾਏਗਾ। ਉਹ ਪੇਚ ਜਿਹੜਾ ਹੈਗਾ ਉਹ ਨਹੀਂ ਫਸਾਣਾ ਚਾਹੁੰਦੇ ਨਾ ਤਾਂ ਉਹ ਬੀਜੇਪੀ, ਕਿਉਂਕਿ ਬੀਜੇਪੀ ਦੇ ਵਾਸਤੇ ਇੱਕ ਬਹੁਤ ਵੱਡੀ, ਕਿਉਂਕਿ ਬੜਾ ਕਲੀਅਰ ਹੈ ਹਜੇ ਤੱਕ, ਜਿਹੜਾ ਕਾਫੀ ਕਲੀਅਰ ਹੈਗਾ ਕਿ ਇੱਕ ਵੋਟ ਜਿਹੜੀ ਹੈਗੀ ਪਲੱਸ ਹੈਗੀ ਬੀਜੇਪੀ ਕੋਲ। ਜੇਕਰ
ਕੋਈ ਵੀ ਇਨਵੈਲਿਡ ਹੁੰਦੀ ਹੈ ਬੀਜੇਪੀ ਦੀ ਜਾਂ ਕਿਸੇ ਦੀ ਤਾਂ ਇਹ ਕਹਿ ਸਕਦੇ ਕਿ ਇਹ ਕ੍ਰੋਸ ਵੋਟਿੰਗ ਹੁੰਦੀ ਤਾਂ ਕਹਿ ਸਕਦੇ ਕਿ ਇਹ ਜਿਹੜੀ ਪੇਜ ਹੈ ਉਹ ਫਸ ਸਕਦਾ ਹੈ। ਹਾਲਾਂਕਿ ਹਜੇ ਤੱਕ ਕਿਉਂਕਿ ਵੈਲਿਡ ਪੇਪਰ ਜਿਹੜਾ ਹੈਗਾ ਅਜੇ ਚੱਲ ਰਿਹਾ, ਪ੍ਰੋਸੈਸ ਚੱਲ ਰਿਹਾ ਹੈ। ਇਹ ਤਰੁਣਾ ਮਹਿਤਾ ਨੇ, ਇਹ ਆਮ ਆਦਮੀ ਪਾਰਟੀ ਤੋਂ ਕੈਂਡੀਡੇਟ ਨੇ, ਜਿਹੜੇ ਹੈਗੇ ਸੀਨੀਅਰ ਡਿਪਟੀ ਮੇਅਰ ਦੇ ਇਹ ਕੈਂਡੀਡੇਟ ਨੇ ਤਰੁਣਾ ਮਹਿਤਾ, ਆਮ ਆਦਮੀ ਪਾਰਟੀ ਦੀ ਕੈਂਡੀਡੇਟ ਨੇ ਤਰੁਣਾ ਮਹਿਤਾ, ਕਿਉਂਕਿ ਆਮ ਆਦਮੀ ਪਾਰਟੀ ਤੋਂ ਜਸਬੀਰ ਸਿੰਘ ਲਾਡੀ, ਤਰੁਣਾ ਮਹਿਤਾ ਤੇ ਸੁਮਨ ਸ਼ਰਮਾ, ਇਹ ਜਿਹੜੇ ਸੁਮਨ ਸ਼ਰਮਾ ਨੇ ਉਹ ਡਿਪਟੀ ਮੇਅਰ ਨੇ, ਇਹ ਜਿਹੜੇ ਤਰੁਣਾ ਮਹਿਤਾ ਨੇ ਤਸਵੀਰਾਂ 'ਚ ਤੁਸੀਂ ਵੇਖ ਰਹੇ ਹੋ ਇਹ ਸੀਨੀਅਰ ਡਿਪਟੀ ਮੇਅਰ ਪੋਸਟ ਵਾਸਤੇ ਜਿਹੜੇ ਹੈਗੇ ਕੈਂਡੀਡੇਟ ਨੇ, ਤੇ ਜਸਬੀਰ ਸਿੰਘ ਲਾਡੀ ਜਿਹੜੇ ਹੈਗੇ ਆਮ ਆਦਮੀ ਪਾਰਟੀ ਤੋਂ ਇਹ ਮੇਅਰ ਵਾਸਤੇ ਨੇ। ਦੂਜੇ ਪਾਸੇ ਬੀਜੇਪੀ ਦੇ ਅਨੂਪ ਗੁਪਤਾ ਜਿਹੜੇ ਹੈਗੇ ਉਹ ਮੇਅਰ ਵਾਸਤੇ ਨੇ, ਕਨਵਰਪਾਲ ਰਾਣਾ ਜਿਹੜੇ ਹੈਗੇ ਉਹ ਸੀਨੀਅਰ ਡਿਪਟੀ ਮੇਅਰ ਵਾਸਤੇ ਨੇ, ਤੇ ਡਿਪਟੀ ਮੇਅਰ ਵਾਸਤੇ ਜਿਹੜੇ ਹੈਗੇ ਹਰਜੀਤ ਸਿੰਘ ਕੈਂਡੀਡੇਟ ਬਣਾਏ ਗਏ ਨੇ। ਕਾਫੀ ਜਿਹੜੇ ਕਾਉਂਸਲਰਸ ਨੇ, ਯੰਗ ਕਾਉਂਸਲਰਸ ਨੇ ਸਾਰੇ, ਕਹਿ ਸਕਦੇ ਹਾਂ ਕਿ ਜਿਹੜੇ ਹੈਗੇ ਆਮ ਆਦਮੀ ਪਾਰਟੀ ਦੇ ਵੀ, ਕਿਉਂਕਿ ਬੜੀ ਇੰਟਰਸਟਿੰਗ ਹੈ ਜਸਬੀਰ ਸਿੰਘ ਲਾਡੀ ਜਿਹੜੇ ਹੈਗੇ ਉਹ ਵੀ 38 ਸਾਲ ਦੇ ਨੇ ਆਮ ਆਦਮੀ ਪਾਰਟੀ ਦੇ, ਤੇ ਅਨੂਪ ਗੁਪਤਾ ਉਹ ਵੀ 38 ਸਾਲ ਦੇ ਨੇ ਬੀਜੇਪੀ ਦੇ, ਯਾਨੀ ਕਿ ਦੋਵੇਂ ਮੇਅਰ ਯੰਗ, ਦੋਵੇਂ ਸੀ ਸੇਮ ਜਿਹੜੀ ਹੈ ਏਜ। ਤੇ ਦੂਜੇ ਪਾਸੇ ਸੀਨੀਅਰ ਡਿਪਟੀ ਮੇਅਰ ਵਾਸਤੇ ਜਿਹੜੀ ਤਰੁਣਾ ਮਹਿਤਾ ਹੈ ਉਹ ਵੀ ਯੰਗ ਨੇ, ਤੇ ਦੂਜੇ ਪਾਸੇ ਜਿਹੜਾ ਆਮ ਆਦਮੀ ਪਾਰਟੀ ਦੇ ਜਿਹੜੇ ਹੈਗੇ ਬੀਜੇਪੀ ਦੇ ਜਿਹੜੇ ਨੇ ਕੰਵਰਪਾਲ ਉਹ ਵੀ ਯੰਗ ਨੇ, ਯਾਨੀ ਕਿ ਕਹਿ ਸਕਦੇ ਹਾਂ ਕਿ ਜਿਹੜੀ ਯੰਗ ਟੀਮ ਇਸ ਵਾਰ ਸਿਲੈਕਟ ਕੀਤੀ ਗਈ ਹੈ ਐਮਸੀ ਦੇ ਇਲੈਕਸ਼ਨ ਦੇ ਮੇਅਰ ਦੀ, ਸੀਨੀਅਰ ਡਿਪਟੀ ਮੇਅਰ ਦੀ ਤੇ ਡਿਪਟੀ ਮੇਅਰ ਦੀ, ਤਾਂ ਬੜਾ ਹੀ ਇੰਟਰਸਟਿੰਗ ਜਿਹੜਾ ਹੈਗਾ ਉਹ ਰਹਿਣ ਵਾਲਾ ਹੈ। ਤੇ ਇੱਥੇ ਪੂਰਾ ਜਿਹੜਾ ਹੈਗਾ ਚੈੱਕ ਕਰਕੇ ਪੇਪਰ ਪ੍ਰੈਸਾਈਡਿੰਗ ਆਫੀਸਰ ਤੋਂ ਪੂਰਾ ਚੈੱਕ ਕਰਨ ਤੋਂ ਬਾਅਦ ਇੱਕ ਕਾਉਂਸਲਰਸ ਨੂੰ ਦਿੱਤਾ ਜਾ ਰਿਹਾ ਹੈ। ਤਰੁਣਾ ਮਹਿਤਾ ਇੱਥੇ ਵੋਟ ਪਾਉਣ ਲੱਗੇ, ਇਹ ਪੂਰਾ ਚੈੱਕ ਕਰਦੇ ਨਜ਼ਰ ਆ ਰਹੇ ਨੇ, ਇਹ ਪੂਰਾ ਪੇਪਰ ਜਿਹੜਾ ਚੈੱਕ ਕਰਦੇ ਨਜ਼ਰ ਆ ਰਹੇ ਨੇ ਕਿ ਕਿਸੇ ਵੀ ਤਰ੍ਹਾਂ ਦਾ ਪਹਿਲਾਂ ਤੋਂ ਕੋਈ ਟਿਕ ਤਾਂ ਨਹੀਂ ਹੈ ਜਾਂ ਕਿਸੇ ਤਰ੍ਹਾਂ ਦਾ ਕੋਈ ਨਿਸ਼ਾਨ ਤਾਂ ਨਹੀਂ ਹੈ ਕਿ ਬਾਅਦ 'ਚ ਕਿਸੇ ਤਰ੍ਹਾਂ ਦਾ ਕਿ ਇਨਵੈਲਿਡ ਜਿਹੜਾ ਹੈਗਾ ਉਹ ਡਿਕਲੇਅਰ ਕਰ ਦਿੱਤਾ ਜਾਵੇ। ਇੱਕ ਪੁਆਇੰਟ ਤੇ ਚੈੱਕ ਕਰਨ ਤੋਂ ਬਾਅਦ ਇਹ ਸਾਰਾ ਜਿਹੜਾ ਹੈਗਾ ਪ੍ਰੈਸਾਈਡਿੰਗ ਆਫੀਸਰ ਵੀ ਚੈੱਕ ਕਰ ਰਹੇ ਨੇ ਕਿ ਕਿਸੇ ਪ੍ਰਿੰਟਿੰਗ ਦਾ ਵੀ ਕਿਸੇ ਤਰ੍ਹਾਂ ਦਾ ਕੋਈ ਜੇਕਰ ਡਾਟ ਹੈਗਾ ਤਾਂ ਉਹਨੂੰ ਵੀ ਵਿਖਾਇਆ ਜਾ ਰਿਹਾ ਹੈ, ਕਿਉਂਕਿ ਬਹੁਤ ਸਾਰੀ ਚੀਜ਼ਾਂ ਨੇ ਜਿਹਦਾ ਤੇ ਹਾਲਾਂਕਿ ਆਬਜੈਕਸ਼ਨ ਵੀ ਜਿਹੜਾ ਹੈਗਾ ਥੋੜੀ ਦੇਰ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਚੁੱਕਿਆ ਗਿਆ ਸੀਗਾ। ਇਸ ਕਰਕੇ ਇੱਕ ਪੁਆਇੰਟ ਤੇ ਇੱਕ ਪੇਪਰ ਨੂੰ ਚੰਗੀ ਤਰ੍ਹਾਂ ਜਿਹੜਾ ਹੈਗਾ ਉਹ ਵਿਖਾਇਆ ਜਾ ਰਿਹਾ ਹੈ ਕਿ ਬਈ ਕਿਸੇ ਵੀ ਤਰ੍ਹਾਂ ਦਾ ਕੋਈ ਤੁਸੀਂ ਆਬਜੈਕਸ਼ਨ ਨਾ ਕਰੋ, ਇੱਕ ਪੁਆਇੰਟ ਤੇ ਤੁਸੀਂ ਕਲੀਅਰ ਕਰੋ, ਪੂਰੇ ਟਰਾਂਸਪੇਰੈਂਟ ਤਰੀਕੇ ਨਾਲ ਜਿਹੜਾ ਹੈਗਾ ਉਹ ਕੰਮ ਕੀਤਾ ਜਾ ਰਿਹਾ ਹੈ। ਕਿਉਂਕਿ ਜਦ ਇਹ ਸਾਰਾ ਕੁਝ ਸਾਰੇ ਕਾਉਂਸਲਰ ਜਿਹੜੇ ਹੈਗੇ ਉਹ ਅਸੀਂ ਆਪਣੀ ਵੋਟਿੰਗ ਕਰ ਦੇਣਗੇ ਸਾਰਾ ਜਿਹੜਾ ਹੈਗਾ ਬਕਸੇ ਤੇ ਪਾ ਕੇ, ਉਸ ਤੋਂ ਬਾਅਦ ਇੱਥੇ ਹੀ ਇਹ ਬਕਸਾ ਖੁੱਲਣਾ ਹੈ, ਇੱਥੇ ਹੀ 29 ਵੋਟਾਂ ਨੇ, ਯਾਨੀ ਕਿ 14 ਕਾਂਗਰਸ 14 ਬੀਜੇਪੀ ਦੀ, 14 ਆਪ ਦੀ ਤੇ ਇੱਕ ਜਿਹੜੀ ਹੈਗੀ ਸੰਸਦ ਦੀ, ਯਾਨੀ 29 ਵੋਟਾਂ ਨੇ, 29 ਪਰਚੀਆਂ ਨੇ। 29 ਪਰਚੀਆਂ ਇੱਥੇ ਬਿਲਕੁਲ ਸਭ ਦੇ ਸਾਹਮਣੇ ਖੁੱਲਣਗੀਆਂ, ਸਾਰਿਆਂ ਨੂੰ ਖੋਲ ਕੇ ਇੱਕ ਪਾਸੇ ਆਮ ਆਦਮੀ ਪਾਰਟੀ ਨੂੰ ਜਿਹੜੀ ਵੋਟ ਪਈ ਹੈ ਉਹ ਰੱਖੀ ਜਾਣਗੀਆਂ, ਇੱਕ ਪਾਸੇ ਬੀਜੇਪੀ ਨੂੰ ਜਿਹੜੀ ਹੈਗੀ ਹੈ ਉਹ ਰੱਖੀ ਜਾਣਗੀ, ਯਾਨੀ ਕਿ ਜਿਹਦੀ ਸਭ ਤੋਂ ਜ਼ਿਆਦਾ ਹੋਈ ਉਹ ਤੁਹਾਡਾ ਮੇਅਰ ਡਿਕਲੇਅਰ। ਇਹ ਪ੍ਰੋਸੈਸ ਜਿਹੜਾ ਹੈਗਾ ਹੁੰਦਾ ਹੈ। ਹਾਲਾਂਕਿ ਅਨੁਮਨ ਜਿਹੜਾ ਚੀਜ਼ਾਂ ਪ੍ਰੋਸੈਸ ਹੁੰਦਾ ਹੈ, ਕਿਉਂਕਿ ਸਾਰੇ ਜੇਕਰ ਵੋਟ ਪਾਉਂਦੇ ਅਸੀਂ ਪਹਿਲਾਂ ਵੀ ਜਿਹੜਾ ਜ਼ਿਕਰ ਕੀਤਾ ਸੀਗਾ ਉਹਦੇ ਵਿੱਚ ਕਾਂਗਰਸ ਦੀ ਜੇਕਰ ਸ਼ਾਮਿਲ ਹੁੰਦੀ ਹੈ ਜਾਂ ਅਕਾਲੀ ਦਲ ਵੀ ਜਿਹੜਾ ਸ਼ਾਮਿਲ ਹੁੰਦਾ ਹੈ, ਯਾਨੀ ਕਿ 35 ਦੇ 35 ਜਿਹੜੇ ਕਾਉਂਸਲਰ ਨੇ ਉਹ ਸ਼ਾਮਿਲ ਹੁੰਦੇ ਆ, ਤਾਂ ਉਹਦੇ ਵਿੱਚ 19 ਜਿਹੜੀ ਹੈਗੀ ਉਹ ਸੀਟਾਂ ਚਾਹੀਦੀ ਹੁੰਦੀ ਹੈ ਮੇਅਰ ਵਾਸਤੇ, 19 ਸੀਟਾਂ ਜਿਹੜੀ ਹੈਗੀ ਹੈ ਉਹ ਚਾਹੀਦੀ ਹੁੰਦੀ ਹੈ। ਤਾਂ ਕਹਿ ਸਕਦੇ ਹਾਂ ਕਿ 19 ਸੀਟਾਂ 'ਚ, ਲੇਕਿਨ ਇਸ ਵਾਰ ਸਿਨੈਰੀਓ ਬਿਲਕੁਲ ਚੇਂਜ ਹੈਗਾ। ਕਾਂਗਰਸ ਇੱਥੇ ਨਹੀਂ ਹੈ, ਗੈਰ ਹਾਜ਼ਰ ਹੈਗੀ ਹੈ, ਬਾਈਕਾਟ ਕੀਤਾ ਹੈ, ਅਕਾਲੀ ਦਲ ਨੇ ਬਾਈਕਾਟ ਕੀਤਾ ਹੈ, ਯਾਨੀ ਕਿ ਬਚਿਆ ਕੌਣ? ਸਿਰਫ ਆਮ ਆਦਮੀ ਪਾਰਟੀ ਤੇ ਸਿਰਫ ਬੀਜੇਪੀ ਤੇ ਸਾਂਸਦ ਕਿਰਨ ਖੇਰ। ਹੁਣ ਮੇਅਰ ਦੀ ਕਹਿ ਸਕਦੇ ਹਾਂ ਕਿ ਸਾਰਿਆਂ ਨੂੰ ਇਹਦੀ ਜਿਹੜੀ ਹੈਗੀ ਹੈ, ਕਿਉਂਕਿ ਐਕਸਾਈਟਮੈਂਟ ਹੈਗੀ ਹੈ, ਕਾਫੀ ਐਕਸਾਈਟਮੈਂਟ ਹੈਗੀ ਹੈ ਲੋਕਾਂ ਨੂੰ, ਚੰਡੀਗੜ੍ਹ ਦੇ ਲੋਕਾਂ ਨੂੰ ਖਾਸ ਕਰ ਗਗਨ, ਕਿਉਂਕਿ ਬੜਾ ਇੰਟਰਸਟਿੰਗ ਹੁੰਦਾ ਹਰ ਸਾਲ। ਔਰ ਇਹ ਇੰਟਰਸਟਿੰਗ ਇਸ ਕਰਕੇ ਵੀ ਹੋ ਜਾਂਦਾ ਹੈ ਕਿਉਂਕਿ ਜਿਹੜੀ ਆਮ ਆਦਮੀ ਪਾਰਟੀ ਇਲੈਕਸ਼ਨ 'ਚ ਲੜੀ ਸੀਗੀ 2000 ਜਿਹੜੇ ਕਿ ਲਾਸਟ 2 ਸਾਲ ਪਹਿਲਾਂ ਜਿਹੜੇ ਇਲੈਕਸ਼ਨ ਲੜੀ ਸੀਗੇ, ਬੜਾ ਇੰਟਰਸਟਿੰਗ ਹੋਇਆ ਸੀਗਾ ਕਿ ਕਾਫੀ ਜਿਹੜੀ ਹੈਗੀ ਹੈ ਵਧੀਆ ਜੀਤ ਨਾਲ ਜਿਹੜੀ ਹੈਗੀ ਹੈ ਇਲੈਕਸ਼ਨ ਜਿਹੜੇ ਹੈਗੇ ਜਿੱਤੇ ਸੀਗੇ ਆਮ ਆਦਮੀ ਪਾਰਟੀ ਨੇ। ਤਾਂ ਹੁਣ ਜਿਹੜਾ ਇਲੈਕਸ਼ਨ ਹੁੰਦਾ ਹੈ ਮੇਅਰ ਦਾ, ਇਹ ਵੀ ਬੜਾ ਇੰਟਰਸਟਿੰਗ ਹੁੰਦਾ ਹੈ, ਲੋਕਾਂ ਨੂੰ ਬੜੀ ਐਕਸਾਈਟਮੈਂਟ ਹੁੰਦੀ ਹੈ ਤੇ ਲਗਾਤਾਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇੱਕ ਪੁਆਇੰਟ ਤੇ ਗਰਾਊਂਡ ਜ਼ੀਰੋ ਤੇ ਤੁਹਾਨੂੰ ਜਿਹੜੀ ਹੈਗੀ ਹੈ ਉਹ ਦਿਖਾਈਏ। ਹੁਣ ਨੇਹਾ ਜਿਹੜੀ ਹੈਗੀ ਹੈ ਕਾਉਂਸਲਰ ਆਮ ਆਦਮੀ ਪਾਰਟੀ ਤੋਂ, ਉਹ ਇੱਥੇ ਵੋਟ ਪਾਣਗੇ, ਯਾਨੀ ਕਿ ਪ੍ਰੋਸੈਸ ਹੁੰਦਾ ਇੱਕ ਵੋਟ, ਇੱਕ ਪਹਿਲਾਂ ਬੀਜੇਪੀ ਦੀ, ਫਿਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ, ਇੱਕ ਕਾਉਂਸਲਰ ਪਾਏਗਾ ਪਹਿਲਾਂ, ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਪਾਏਗਾ। ਇਸ ਤਰ੍ਹਾਂ ਦਾ ਮੇਅਰ ਦਾ ਵੀ ਇਸ ਤਰ੍ਹਾਂ ਹੁੰਦਾ, ਸੀਨੀਅਰ ਡਿਪਟੀ ਮੇਅਰ ਦਾ ਵੀ ਹੁੰਦਾ ਇਸ ਤਰ੍ਹਾਂ ਹੀ, ਔਰ ਦੇ ਡਿਪਟੀ ਮੇਅਰ ਦਾ ਜਿਹੜਾ ਹੈਗਾ ਮਨੋਜ ਜੇਕਰ ਕੱਲਾ ਮੇਅਰ ਚੋਣ ਦੀ ਗੱਲ ਕਰੀਏ, ਮੇਅਰ ਦੀ ਚੋਣ ਦੀ ਗੱਲ ਕਰੀਏ, ਇਸ ਪ੍ਰਕਿਰਿਆ ਨੂੰ ਹੁਣ ਫਿਲਹਾਲ ਕਿੰਨਾ ਕੁ ਵਕਤ ਲੱਗ ਸਕਦਾ ਹੈ? ਦੇਖੋ ਗਗਨ, ਕਹਿ ਸਕਦੇ ਹਾਂ ਕਿ ਹੁਣ ਇਹ ਜਿਹੜਾ VOTING ਦਾ ਜਿਹੜਾ ਪ੍ਰੋਸੈਸ ਹੈ ਉਹ ਲਗਭਗ ਖਤਮ ਹੋਣ ਵਾਲਾ ਹੈ, ਯਾਨੀ ਕਿ ਜ਼ਿਆਦਾਤਰ ਜਿਹੜੀ VOTING ਹੈ ਉਹ ਪੈ ਚੁੱਕੀ ਹੈ। ਹੁਣ ਉਸ ਤੋਂ ਬਾਅਦ ਸਿੱਧਾ, ਯਾਨੀ ਕਿ ਇਹਦੇ ਵਿੱਚ ਕੋਈ ਟਾਈਮ ਨਹੀਂ ਲੱਗਣਾ, ਉਸ ਤੋਂ ਬਾਅਦ ਸਿੱਧਾ ਹੀ ਜਿਹੜਾ ਹੈਗਾ ਉਹ ਬਕਸਾ ਜਿਹੜਾ ਹੈਗਾ, ਬਾਕਸ ਜਿਹੜਾ ਹੈ ਜਿਹਦੇ ਵਿੱਚ VOTING ਕਰ ਰਹੇ ਉਹ ਨਾਲ ਦੇ ਨਾਲ ਖੋਲਿਆ ਜਾਏਗਾ। ਤਾਂ ਕਹਿ ਸਕਦੇ ਹਾਂ ਕਿ ਕਰੀਬ 12:30 ਦਾ ਸਮੇਂ ਹੋ ਚੱਲਿਆ ਹੈ, ਯਾਨੀ ਕਿ ਕਹਿ ਸਕਦੇ ਹਾਂ ਕਿ 1 ਵਜੇ ਤੱਕ ਸਾਰਾ ਕੁਝ ਕਲੀਅਰ ਜਿਹੜਾ ਹੈ ਉਹ ਹੋ ਜਾਏਗਾ। ਚੰਡੀਗੜ੍ਹ ਨੂੰ
ਮੇਅਰ ਕੌਣ ਮਿਲ ਰਿਹਾ ਹੈ, ਬੀਜੇਪੀ ਦਾ ਮਿਲ ਰਿਹਾ ਹੈ ਜਾਂ ਆਮ ਆਦਮੀ ਪਾਰਟੀ ਦਾ ਮਿਲ ਰਿਹਾ ਹੈ, ਇਹ ਬਹੁਤ ਜਲਦ ਕਲੀਅਰ ਹੋ ਜਾਏਗਾ। 1 ਵਜੇ ਤੋਂ ਪਹਿਲਾਂ ਇਹ ਸਾਰਾ ਮੇਅਰ ਦਾ ਜਿਹੜਾ ਹੈਗਾ ਉਹ ਕਲੀਅਰ ਹੋ ਜਾਏਗਾ ਕਿ ਚੰਡੀਗੜ੍ਹ ਦਾ ਮੇਅਰ ਕੌਣ ਬਣ ਰਿਹਾ ਹੈ, ਆਮ ਆਦਮੀ ਪਾਰਟੀ ਦਾ ਬਣ ਰਿਹਾ ਹੈ ਜਾਂ ਫਿਰ ਬੀਜੇਪੀ ਦਾ ਜਿਹੜਾ ਹੈਗਾ ਮੇਅਰ ਬਣ ਰਿਹਾ ਹੈ। ਅਨੂਪ ਗੁਪਤਾ ਬੀਜੇਪੀ ਦੇ ਬਣ ਰਹੇ ਹੈ ਜਾਂ ਫਿਰ ਜਸਪੀਰ ਸਿੰਘ ਲਾਡੀ ਉਹ ਆਮ ਆਦਮੀ ਪਾਰਟੀ ਦੇ ਜਿਹੜੇ ਕਾਉਂਸਲਰ ਨੇ ਉਹ ਬਣ ਰਹੇ ਹੈ, ਉਹਨਾਂ ਨੂੰ ਜਿਹੜਾ ਹੈਗਾ ਉਹ ਕੀਤਾ ਗਿਆ। ਜੇਕਰ ਕੋਈ ਕ੍ਰਾਸ ਵੋਟਿੰਗ ਨਹੀਂ ਹੁੰਦੀ, ਜੇਕਰ ਕੋਈ ਇਨਵੈਲਿਡ ਨਹੀਂ ਹੁੰਦਾ ਤਾਂ ਬੀਜੇਪੀ ਦਾ ਜਿਹੜਾ ਹੈਗਾ ਉਹ ਕਲੀਅਰ ਹੈਗਾ। ਹਜੇ ਤੱਕ ਆંકੜੇ ਕੀ ਕਹਿੰਦੇ ਆ, ਬੀਜੇਪੀ ਦਾ ਕਲੀਅਰ ਹੈਗਾ, ਲੇਕਿਨ ਟੋਟਲ ਦੇਖਣਾ ਹੋਵੇਗਾ ਕਿ ਬੈਲਟ ਪੇਪਰ ਕੀ ਕਹਿੰਦਾ। ਮਨੋਜ, ਇਸ ਦੇ ਵਿੱਚ ਟੋਟਲ 29 ਵੋਟਾਂ ਪੈਣੀਆਂ ਸੀਗੀਆਂ, ਕਿੰਨੀ ਕੁ ਵੋਟਾਂ ਪੈ ਚੁੱਕੀਆਂ ਨੇ, ਕੁਝ ਪਤਾ ਲੱਗ ਪਾ ਰਿਹਾ? ਬਿਲਕੁਲ ਕਹਿ ਸਕਦੇ ਹਾਂ ਕਿ ਕਰੀਬ 20 ਵੋਟਾਂ ਜਿਹੜੀ ਹੈ ਹੁਣ ਪੈ ਚੁੱਕੀਆਂ ਤਾਂ ਕਹਿ ਸਕਦੇ ਹਾਂ ਕਿ 20 ਨੰਬਰ ਵਾਰਡ ਤੋਂ ਜਿਹੜਾ ਹੈਗਾ, यानी कि 20 नंबर वार्ड तो कांग्रेस सीगा, लेकिन कांग्रेस इतने मौजूद नहीं है, तो इसका मतलब हुण 21 नंबर यानी कि जसबीर सिंह गुरचरण जीत सिंह काला यानी कि ये बीजेपी दे ने, बीजेपी दे ने, जिहड़े हैगे पहले कांग्रेस सीगे, उस तो बाद ये बीजेपी ने ज्वाइन की। गुरचरण सिंह जिहड़े वोट पा रहे हैं यानी कि 20 वोट चल रही है, 20 यानी कि 9 हजे बाकी है, यानी कि 8 हजे बाकी है, यानी कि पहली एक क्योंकि 29 सीगी, ठीक है हाँ 800 हाँ जी 809 वोटां जिहड़ी हैगी संसद दी, हाँ जी 8 वोटां जिहड़ी हैगी बाकी है, उस तो बस नाल दे नाल जिहड़ी हैगी जी बिल्कुल उस तो बाद गिनती शुरू होगी। ठीक, बिल्कुल मनोज मेरे सहयोगी जानकारी दे रहे ने कि 8 वोटां हजे बाकी ने और उस तो बाद जिहड़ा हैगा नाल दी नाल बक्सा खुलेगा, उस तो बाद गिनती होवेगी ਤੇ ਗਿਣਤੀ ਹੋਣ ਤੋਂ ਬਾਅਦ ਜਿਹੜਾ ਹੈਗਾ ਇਹ ਕਲੀਅਰ ਹੋ ਜਾਏਗਾ ਕਿ ਚੰਡੀਗੜ੍ਹ ਦਾ ਮੇਅਰ ਕੌਣ ਹੋਵੇਗਾ। ਤਕਰੀਬਨ 12:30 1 ਵਜੇ ਤੱਕ ਜਿਹੜਾ ਹੈਗਾ ਇਹ ਕਲੀਅਰ ਹੋ ਜਾਏਗਾ। 12:24 ਹਜੇ ਹੋਏ ਨੇ, 1 ਵਜੇ ਤੱਕ ਮੰਨ ਕੇ ਚੱਲੀਏ ਕਿ ਇਹ ਸਥਿਤੀ ਬੜੀ ਸਪਸ਼ਟ ਹੋਵੇਗੀ ਕਿ ਚੰਡੀਗੜ੍ਹ ਦਾ ਮੇਅਰ ਜਿਹੜਾ ਹੈਗਾ ਉਹ ਕੌਣ ਬਣਨ ਜਾ ਰਿਹਾ ਹੈ, ਕਿਸ ਤੇ ਸਿਰ ਜਿਹੜਾ ਹੈਗਾ ਮੇਅਰ ਦਾ ਤਾਜ ਸਜੇਗਾ, ਕਿਉਂਕਿ ਆਪਣੇ ਆਪ ਵਿੱਚ ਚੰਡੀਗੜ੍ਹ ਦੇ ਵਸਨੀਕਾਂ ਦੇ ਲਈ ਕਾਫੀ ਅਹਿਮ ਹੋ ਜਾਂਦਾ ਹੈ ਮੁਕਾਬਲਾ। ਔਰ इस सिनेरियो जिहड़ा हैगा इससे लगातार साडी कवरेज लगातार जारी है। मेयर दे लई फाइट टाइट है और इस सब दे विचाले एक छोटा जिहा ब्रेक ले रहे हैं, ब्रेक तो बाद वापस आवांगे तो साडी खास पेशकश भी जारी रहेगी, कुछ होर खबरां दा भी रुख करांगे छोटे जिहे ब्रेक तो बाद।